ਰਾਣੋ ਨੇ ਆਪਣੀ ਨਨਾਣ ਨੂੰ ਫੋਨ ਕੀਤਾ ਕਿ ਦੀਦੀ ਤੁਸੀਂ ਰੱਖੜੀ ਲਈ ਕਦੋਂ ਆ ਰਹੇ ਹੋ। ਤਾਂ ਅੱਗੋਂ ਉਸ ਦੀ ਨਨਾਣ ਨੇ ਕਿਹਾ, ਭਾਬੀ ਜੀ ਇਸ ਵਾਰ ਮੈਂ ਨਹੀਂ ਆਉਣਾ, ਤੁਸੀਂ ਹਰ ਵਾਰ ਮੇਰੇ ਕਰਕੇ ਆਪਣੇ ਵੀਰੇ ਦੇ ਰੱਖੜੀ ਬੰਨਣ ਨਹੀਂ ਜਾਂਦੇ, ਇਸ ਕਰਕੇ ਇਸ ਵਾਰ ਤੁਸੀਂ ਜਾਓ, ਮੈਂ ਬਾਅਦ ਵਿੱਚ ਆ ਜਾਵਾਂਗੀ। ਸਿਮਰ ਨੇ ਕਿਹਾ, ਨਹੀਂ ਦੀਦੀ ਮੈਂ ਨਹੀਂ ਜਾਣਾ, ਤੁਸੀਂ ਰੱਖੜੀ 'ਤੇ ਜ਼ਰੂਰ ਆਉਣਾ ਹੈ। ਰੱਖੜੀ ਦੇ ਦਿਨ ਤੁਹਾਡੇ ਵੀਰ ਦੀ ਸੁੰਨੀ ਕਲਾਈ ਮੈਨੂੰ ਚੰਗੀ ਨਹੀਂ ਲੱਗਣੀ, ਨਾਲੇ ਮੈਂ ਭਲਾ ਕਿਸ ਦੇ ਰੱਖੜੀ ਬੰਨਣ ਜਾਣਾ ਹੈ, ਮੇਰਾ ਤਾਂ ਵੀਰਾ ਛੁੱਟੀ ਹੀ ਨਹੀਂ ਆਇਆ। ਅੱਗੋਂ ਰਾਣੋ ਦੀ ਨਨਦ ਨੇ ਕਿਹਾ, ਭਾਬੀ ਜੀ ਤੁਸੀਂ ਹਰ ਵਾਰ ਇਹੀ ਬਹਾਨਾ ਲਾ ਦਿੰਦੇ ਹੋ, ਪਰ ਮੈਨੂੰ ਪਤਾ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ। ਮੈਨੂੰ ਖੁਸ਼ੀ ਨੇ ਦੱਸਿਆ ਹੈ ਕਿ ਮੇਰੇ ਮਾਮਾ ਜੀ ਛੁੱਟੀ ਆਏ ਹੋਏ ਹਨ, ਪਰ ਤੁਸੀਂ ਕਹਿ ਰਹੇ ਹੋ ਕਿ ਉਹ ਛੁੱਟੀ ਨਹੀਂ ਆਏ। ਨਹੀਂ ਦੀਦੀ, ਖੁਸ਼ੀ ਨੂੰ ਨਹੀਂ ਪਤਾ, ਉਸ ਨੂੰ ਅਚਾਨਕ ਹੀ ਫੋਨ ਆ ਗਿਆ, ਇਸ ਕਰਕੇ ਉਹਨਾਂ ਨੂੰ ਛੁੱਟੀ ਵਿਚਕਾਰ ਹੀ ਛੱਡ ਕੇ ਜਾਣਾ ਪਿਆ। ਉਹ ਪਰਸੋਂ ਹੀ ਵਾਪਸ ਆਪਣੀ ਡਿਊਟੀ 'ਤੇ ਚਲੇ ਗਏ ਹਨ। ਸਿਮਰ ਨੇ ਜਵਾਬ ਦਿੱਤਾ, ਚਲੋ ਠੀਕ ਹੈ ਭਾਬੀ ਜੀ, ਫਿਰ ਮੈਂ ਅਤੇ ਪ੍ਰਦੀਪ ਕੱਲ੍ਹ ਨੂੰ ਆਵਾਂਗੇ। ਨਾਲੇ ਪਰੀ ਵੀ ਕਿੰਨੇ ਹੀ ਦਿਨਾਂ ਦੀ ਕਹਿ ਰਹੀ ਸੀ ਕਿ ਆਪਣੇ ਮਾਮਾ ਮਾਮੀ ਨੂੰ ਮਿਲਣ ਜਾਣਾ ਹੈ। ਉਸ ਨੂੰ ਆਪਣੀ ਮਾਮੀ ਦੇ ਹੱਥ ਦੀ ਖੀਰ ਬੜੀ ਸਵਾਦ ਲੱਗਦੀ ਹੈ, ਤੁਸੀਂ ਖੀਰ ਬਣਾ ਕੇ ਰੱਖਣਾ ਭਾਬੀ। ਇਹ ਕਹਿ ਕੇ ਉਸ ਦੀ ਨਨਦ ਨੇ ਹੱਸਦੇ ਹੋਏ ਫੋਨ ਕੱਟ ਦਿੱਤਾ। ਇੱਧਰ ਰਾਣੋ ਦੇ ਚਿਹਰੇ 'ਤੇ ਵੀ ਮੁਸਕਾਨ ਆ ਗਈ। ਉਸਨੇ ਫੋਨ ਕੱਟਦਿਆਂ ਹੀ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ ਕੱਲ੍ਹ ਨੂੰ ਇਸ ਘਰ ਦੀ ਰੌਣਕ ਆ ਰਹੀ ਹੈ। ਉਸ ਦੀ ਸੱਸ ਨੇ ਅੱਗੋਂ ਮੁਸਕਰਾਉਂਦੇ ਹੋਏ ਕਿਹਾ, ਤੂੰ ਹਰ ਵਾਰ ਹੀ ਆਪਣੀ ਨਨਦ ਨੂੰ ਫੋਨ ਕਰਕੇ ਰੱਖੜੀ ਲਈ ਬੁਲਾਉਂਦੀ ਰਹਿੰਦੀ ਹੈ, ਆਪ ਵੀ ਕਦੇ ਚਲੀ ਜਾਇਆ ਕਰ। ਇਹ ਤਿਉਹਾਰ ਤਾਂ ਸਾਰੀਆਂ ਭੈਣਾਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਤੂੰ ਆਪਣੀ ਨਨਦ ਨੂੰ ਪਹਿਲਾਂ ਹੀ ਫੋਨ ਕਰਕੇ ਬੁਲਾ ਲੈਂਦੀ ਹੈ ਤੇ ਆਪ ਕਦੇ ਨਹੀਂ ਗਈ। ਕਮਲੀਏ, ਸਾਨੂੰ ਤਾਂ ਪਤਾ ਏ ਇਸ ਘਰ ਦੀ ਧੀ ਦਾ ਤੂੰ ਬਹੁਤ ਕਰਦੀ ਏ, ਪਰ ਧੀਏ ਤੇਰੇ ਵੀ ਤਾਂ ਚਾਅ ਅਤੇ ਅਰਮਾਨ ਨੇ, ਤੇਰੇ ਵੀ ਸੁੱਖਾਂ ਨਾਲ ਇੱਕ ਹੀ ਤਾਂ ਵੀਰ ਹੈ। ਆਪਣੇ ਮਾਂ-ਬਾਪ ਦੇ ਗੁਜ਼ਰ ਜਾਣ ਤੋਂ ਬਾਅਦ ਤੂੰ ਕਦੇ ਰੱਖੜੀ ਬੰਨਣ ਨਹੀਂ ਗਈ। ਇਹ ਕਹਿੰਦੇ ਹੋਏ ਸਿਮਰ ਦੀ ਸੱਸ ਦਾ ਮਨ ਭਰ ਆਇਆ। ਅੱਗੋਂ ਰਾਣੋ ਚਿਹਰੇ 'ਤੇ ਝੂਠੀ ਮੁਸਕਾਨ ਲਿਆਂਦੀ ਹੋਈ, ਉਹ ਮੰਮੀ ਜੀ ਤੁਸੀਂ ਤਾਂ ਐਵੇਂ ਹੀ ਦਿਲ ਹੌਲਾ ਕਰਦੇ ਹੋ, ਤੁਸੀਂ ਕਿਹੜਾ ਮੈਨੂੰ ਰੋਕਦੇ ਹੋ ਜਾਣ ਤੋਂ, ਮੈਂ ਕਿਵੇਂ ਜਾਵਾਂ, ਮੇਰਾ ਵੀਰ ਤਾਂ ਫੌਜ ਵਿੱਚ ਹੈ, ਉਸ ਦੀ ਰੱਖੜੀ ਤਾਂ ਮੈਂ 15 ਦਿਨ ਪਹਿਲਾਂ ਹੀ ਭੇਜ ਦਿੱਤੀ ਸੀ। ਅੱਗੋਂ ਰਾਣੋ ਦੀ ਸੱਸ ਬੋਲੀ, ਜਿਉਂਦੀ ਵਸਦੀ ਰਹਿ ਧੀਏ, ਰੱਬ ਤੇਰੇ ਵੀਰ ਨੂੰ ਲੰਮੀਆਂ ਉਮਰਾਂ ਦੇਵੇ। ਇੰਨੀਆਂ ਗੱਲਾਂ ਕਰਦੀ ਹੋਈ ਰਾਣੋ ਰਸੋਈ ਵਿੱਚ ਚਲੀ ਗਈ। ਸ਼ਾਮ ਦਾ ਸਾਰਾ ਕੰਮ ਧੰਦਾ ਕਰਨ ਤੋਂ ਬਾਅਦ ਉਸਨੇ ਕੱਲ੍ਹ ਲਈ ਵੀ ਸਾਰੀ ਤਿਆਰੀ ਕਰਕੇ ਰੱਖ ਦਿੱਤੀ। ਉਸਦੇ ਤਾਂ ਭੁੰਜੇ ਪੈਰ ਨਹੀਂ ਸੀ ਲੱਗ ਰਹੇ। ਰਾਤ ਨੂੰ ਜਦੋਂ ਉਹ ਕਮਰੇ ਵਿੱਚ ਗਈ ਤਾਂ ਉਸਦੀ ਧੀ ਖੁਸ਼ੀ ਬੋਲੀ, ਮੰਮੀ ਜੀ ਕੱਲ੍ਹ ਨੂੰ ਭੂਆ ਜੀ ਰੱਖੜੀ ਲੈ ਕੇ ਆ ਰਹੇ ਹਨ, ਜਦੋਂ ਭੂਆ ਜੀ ਰੱਖੜੀ ਬੰਨ੍ਹ ਦਿੱਤੀ ਤਾਂ ਆਪਾਂ ਵੀ ਮਾਮਾ ਜੀ ਨੂੰ ਰੱਖੜੀ ਬੰਨ੍ਹਣ ਜਾਵਾਂਗੇ। ਅੱਗੋਂ ਰਾਣੋ ਬੋਲੀ, ਨਹੀਂ ਪੁੱਤ, ਤੇਰੇ ਮਾਮਾ ਜੀ ਤਾਂ ਅਚਾਨਕ ਡਿਊਟੀ 'ਤੇ ਚਲੇ ਗਏ ਹਨ, ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਹੈ, ਇਸ ਲਈ ਆਪਾਂ ਨਹੀਂ ਜਾ ਰਹੇ। ਇੰਨੀਆਂ ਗੱਲਾਂ ਕਰਕੇ ਰਾਣੋ ਦੀ ਧੀ ਅਤੇ ਉਸਦੇ ਘਰ ਵਾਲਾ ਤਾਂ ਸੌਂ ਗਏ, ਪਰ ਰਾਣੋ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਮੰਜੇ 'ਤੇ ਬੈਠੀ ਅੱਜ ਦੁਪਹਿਰ ਦੀਆਂ ਗੱਲਾਂ ਯਾਦ ਕਰ ਰਹੀ ਸੀ, ਜਦੋਂ ਉਸਦੇ ਫੌਜੀ ਵੀਰ ਨੇ ਉਸਨੂੰ ਫੋਨ ਲਾਇਆ ਸੀ ਕਿ ਭੈਣ ਇਸ ਵਾਰ ਤਾਂ ਮੈਂ ਛੁੱਟੀ ਆਇਆ ਹਾਂ, ਕੱਲ੍ਹ ਨੂੰ ਤਾਂ ਆਵੇਂਗੀ ਨਾ ਰੱਖੜੀ ਲੈ ਕੇ। ਹਰ ਵਾਰ ਮੈਂ ਤੇਰੀ ਭੇਜੀ ਰੱਖੜੀ ਕਿਸੇ ਹੋਰ ਤੋਂ ਬਣਵਾਉਂਦਾ ਹਾਂ, ਪਰ ਇਸ ਵਾਰ ਤਾਂ ਰੱਖੜੀ ਮੈਂ ਆਪਣੀ ਅੰਮਾ ਜਾਈ ਛੋਟੀ ਭੈਣ ਤੋਂ ਹੀ ਬਣਵਾਉਣੀ ਹੈ। ਜਦੋਂ ਖੁਸ਼ੀ ਵਿੱਚ ਰਾਣੋ ਹਜੇ ਆਪਣੇ ਵੀਰ ਨੂੰ ਕਹਿਣ ਲੱਗੀ ਸੀ ਕਿ ਉਹ ਜ਼ਰੂਰ ਆਵੇਗੀ, ਪਰ ਪਿੱਛੇ ਖੜੀ ਉਸਦੀ ਭਰਜਾਈ ਦੀ ਬੁੜਬੁੜ ਉਸਨੂੰ ਸਾਫ਼ ਸੁਣਾਈ ਦੇ ਰਹੀ ਸੀ। ਰਾਣੋ ਦੀ ਭਰਜਾਈ ਉਸਦੇ ਭਰਾ ਦੇ ਪਿੱਛੇ ਖੜੀ ਬੋਲ ਰਹੀ ਸੀ, ਇਸ ਵਾਰ ਤਾਂ ਮੈਂ ਤੁਹਾਡੇ ਨਾਲ ਆਪਣੇ ਵੀਰ ਦੇ ਰੱਖੜੀ ਬੰਨ੍ਹਣ ਜਾਣਾ ਹੈ, ਹਰ ਵਾਰ ਮੈਂ ਇਕੱਲੀ ਹੀ ਜਾਂਦੀ ਹਾਂ, ਇਸ ਵਾਰ ਸੋਚਿਆ ਸੀ ਆਪਾਂ ਇਕੱਠੇ ਚੱਲਾਂਗੇ, ਪਰ ਤੈਨੂੰ ਆਪਣੀ ਭੈਣ ਦੀ ਜ਼ਿਆਦਾ ਫਿਕਰ ਹੈ। ਵੇਖਦੀ ਹਾਂ ਕਿ ਤੇਰੀ ਭੈਣ ਤੇਰੇ ਲਈ ਬਰਫੀ ਦਾ ਡੱਬਾ ਤੇ ਚਾਂਦੀ ਦੀ ਰੱਖੜੀ ਲੈ ਕੇ ਆਵੇਗੀ। ਮਸਾਂ ਸੁੱਖਾ ਸਾਂਦੀ ਰੱਖੜੀ ਦਾ ਤਿਉਹਾਰ ਆਇਆ ਸੀ। ਮੈਂ ਆਪਣੇ ਸਿਰ ਦੇ ਸਾਈਂ ਨੂੰ ਲੈ ਕੇ ਆਪਣੇ ਪੇਕੇ ਜਾਣਾ ਸੀ, ਪਰ ਇਹਨਾਂ ਦੀ ਲਾਡਲੀ ਭੈਣ ਨੇ ਜੋ ਆਉਣਾ ਹੈ, ਮੈਨੂੰ ਇਸ ਘਰ ਵਿੱਚ ਕੌਣ ਪੁੱਛਦਾ ਹੈ। ਹੋਰ ਪਤਾ ਨਹੀਂ ਕੀ ਕੁਝ ਬੁੜਬੁੜ ਕਰ ਰਹੀ ਸੀ ਉਹ। ਰਾਣੋ ਨੇ ਆਪਣੇ ਭਰਾ ਨੂੰ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਰਸੋਈ ਵਿੱਚ ਮੈਂ ਸਬਜ਼ੀ ਰੱਖ ਕੇ ਆਈ ਹਾਂ, ਮੈਂ ਫਿਰ ਫੋਨ ਕਰਦੀ ਹਾਂ। ਉਸ ਤੋਂ ਬਾਅਦ ਰਾਣੋ ਨੇ ਘੰਟੇ ਬਾਅਦ ਆਪਣੇ ਭਰਾ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਵੀਰੇ ਮੇਰੀ ਤਾਂ ਨਨਦ ਆ ਰਹੀ ਹੈ ਰੱਖੜੀ ਬੰਨ੍ਹਣ, ਇਸ ਲਈ ਮੈਂ ਨਹੀਂ ਆ ਸਕਦੀ। ਅਸਲ ਵਿੱਚ ਰਾਣੋ ਦਾ ਦਿਲ ਤਾਂ ਸੀ
ਕਿ ਉਹ ਆਪਣੇ ਭਰਾ ਦੇ ਰੱਖੜੀ ਬੰਨ੍ਹਣ ਜਾਵੇ, ਪਰ ਉਸਨੇ ਆਪਣੀ ਭਰਜਾਈ ਦੀ ਬੁੜ-ਬੁੜ ਸੁਣ ਕੇ ਨਾ ਜਾਣ ਦਾ ਫੈਸਲਾ ਕੀਤਾ। ਇਹ ਗੱਲਾਂ ਸੋਚਦੇ ਹੋਏ ਰਾਣੋ ਦੀਆਂ ਅੱਖਾਂ ਭਰ ਆਈਆਂ ਅਤੇ ਰੋਂਦੀ-ਰੋਂਦੀ ਉਹ ਸੌ ਗਈ। ਉਸਨੂੰ ਪਤਾ ਹੀ ਨਾ ਲੱਗਾ ਕਿ ਸਵੇਰੇ 4 ਵਜੇ ਦਾ ਅਲਾਰਮ ਵੱਜਿਆ ਤੇ ਉਹ ਭੱਜ ਕੇ ਉੱਠ ਖੜੀ ਹੋਈ। ਉੱਠ ਕੇ ਰਸੋਈ ਵਿੱਚ ਖਾਣਾ ਤਿਆਰ ਕਰਨ ਲੱਗ ਗਈ। ਸਾਰੇ ਨਾਸ਼ਤੇ ਦੀ ਤਿਆਰੀ ਕਰਕੇ ਉਹ ਸਫਾਈਆਂ ਕਰਨ ਵਿੱਚ ਰੁੱਝ ਗਈ। ਸਾਰੇ ਕੰਮ ਉਸਨੇ 8 ਵਜੇ ਨੂੰ ਨਿਬੇੜ ਦਿੱਤੇ ਸੀ, ਕਿਉਂਕਿ 9 ਵਜੇ ਉਸਦੀ ਨਨਾਣ ਨੇ ਆ ਜਾਣਾ ਸੀ। ਠੀਕ 9 ਵਜੇ ਉਹਨਾਂ ਦੇ ਗੇਟ ਵਿੱਚ ਆ ਕੇ ਗੱਡੀ ਨੇ ਹਾਰਨ ਮਾਰਿਆ। 10 ਵਜੇ ਰਾਣੋ ਦੀ ਨਣਦ ਨੇ ਉਸ ਦੇ ਘਰ ਵਾਲੇ ਦੇ ਰੱਖੜੀ ਬੰਨ੍ਹੀ। ਉਸ ਤੋਂ ਬਾਅਦ ਉਸਨੇ ਖਾਣਾ ਖਾਧਾ ਅਤੇ ਗੱਲਾਂ ਬਾਤਾਂ ਕੀਤੀਆਂ। ਰਾਣੋ ਨੇ ਆਪਣੀ ਨਣਦ ਨੂੰ ਬਹੁਤ ਹੀ ਸੋਹਣਾ ਸੂਟ ਅਤੇ ਉਸਦੀ ਬੇਟੀ ਨੂੰ 500 ਰੁਪਈਆ ਸ਼ਗਨ ਦਿੰਦੇ ਹੋਏ ਕਿਹਾ ਕਿ ਮੈਂ ਤਾਂ ਕਰਮਾਂ ਵਾਲੀ ਹਾਂ ਜੋ ਮੇਰੇ ਘਰ ਹਰ ਸਾਲ ਰੌਣਕਾਂ ਲੱਗਦੀਆਂ ਨੇ। ਰਾਣੋ ਨੇ ਹੱਸਦੇ ਹੋਏ ਕਿਹਾ ਕਿ ਭਾਬੀ ਜੀ, ਤੁਹਾਡਾ ਤਾਂ ਪਿਆਰ ਹੀ ਨਹੀਂ ਮੁੱਕਦਾ ਸਾਡੇ ਲਈ। ਫਿਰ ਹਰ ਵਾਰ ਇਹ ਸ਼ਗਨ ਅਤੇ ਸੂਟ ਦੀ ਕੀ ਲੋੜ ਹੁੰਦੀ ਹੈ? ਅੱਗੋਂ ਰਾਣੋ ਨੇ ਕਿਹਾ, ਕਮਲੀਏ, ਤੂੰ ਕੋਈ ਸੂਟ ਦੀ ਭੁੱਖੀ ਥੋੜੀ ਐ, ਜਾਂ ਇਸ ਸੂਟ ਨਾਲ ਤੇਰੀ ਕੋਈ ਉਮਰ ਥੋੜੀ ਲੰਘ ਜਾਏਗੀ। ਇਹ ਤਾਂ ਇੱਕ ਸ਼ਗਨ ਹੁੰਦਾ ਹੈ। ਧੀਆਂ ਨੂੰ ਦਿੱਤਾ ਤਾਂ ਦਰਗਾਹ ਵਿੱਚ ਹਰਾ ਹੁੰਦਾ ਹੈ। ਨਾਲੇ ਧੀਆਂ ਨੂੰ ਪੇਕਿਆਂ ਵੱਲੋਂ ਮਿਲੇ ਸੂਟ ਵਰਗੀ ਖੁਸ਼ੀ ਤਾਂ ਹੋਰ ਮਹਿੰਗੀਆਂ ਚੀਜ਼ਾਂ ਵਿੱਚੋਂ ਵੀ ਨਹੀਂ ਲੱਭਦੀ। ਚੱਲ ਇਹ ਦੱਸ ਕਿ ਤੈਨੂੰ ਸੂਟ ਪਸੰਦ ਆਇਆ? ਰਾਣੋ ਦੀ ਨਣਦ ਨੇ ਸੂਟ ਨੂੰ ਬਿਨਾਂ ਦੇਖੇ ਹੱਸਦੇ ਹੋਏ ਕਿਹਾ, ਮੇਰੀ ਭਾਬੀ ਨੇ ਮੇਰੇ ਲਈ ਸੂਟ ਲਿਆ ਹੋਵੇ ਤੇ ਮੈਨੂੰ ਪਸੰਦ ਨਾ ਆਵੇ, ਇਹ ਕਦੇ ਹੋ ਸਕਦਾ ਹੈ ਭਲਾ? ਮੇਰੀ ਭਾਬੀ ਦੀ ਪਸੰਦ ਕਦੇ ਮਾੜੀ ਹੋ ਸਕਦੀ ਏ? ਆਪ ਭਾਵੇਂ ਮੇਰੀ ਭਾਬੀ ਸੂਟ ਨਾ ਬਣਵਾਵੇ, ਮੇਰੇ ਲਈ ਤਾਂ ਤੁਸੀਂ ਹਰ ਵਾਰ ਨਵਾਂ ਸੂਟ ਲਿਆ ਕੇ ਹੀ ਰੱਖਦੇ ਹੋ। ਪਾਪਾ ਦੇ ਗੁਜ਼ਰ ਜਾਣ ਤੋਂ ਬਾਅਦ ਵੀ ਮੈਨੂੰ ਕਦੇ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੋਈ, ਕਿਉਂਕਿ ਮੇਰਾ ਵੀਰ ਤੇ ਭਾਬੀ ਮੇਰੇ ਤੇ ਜਾਨ ਵਾਰਦੇ ਨੇ। ਪਰਮਾਤਮਾ ਤੁਹਾਡੀ ਜੋੜੀ ਨੂੰ ਸਲਾਮਤ ਰੱਖੇ ਅਤੇ ਹਮੇਸ਼ਾ ਤੁਹਾਡਾ ਪਿਆਰ ਬਣਾਈ ਰੱਖੇ। ਰਾਣੋ ਦੀ ਨਣਦ ਦੇ ਨਾਲ-ਨਾਲ ਉਸਦੀ ਸੱਸ ਨੇ ਵੀ ਦੁਆਵਾਂ ਦੀ ਝੜੀ ਲਗਾ ਦਿੱਤੀ। ਧੀਏ, ਕਰਮਾਂ ਵਾਲੀ ਆਂ ਮੈਂ ਜੋ ਤੇਰੀ ਭਾਬੀ ਆਪਣੇ ਘਰ ਵਿੱਚ ਵਿਆਹ ਕੇ ਆਈ ਏ। ਮੈਂ ਇੱਕ ਧੀ ਤੋਰੀ ਅਤੇ ਦੂਜੀ ਲੈ ਆਂਦੀ। ਤੇਰੇ ਵਿਆਹ ਤੋਂ ਬਾਅਦ ਮੈਨੂੰ ਕਦੇ ਤੇਰੀ ਕਮੀ ਮਹਿਸੂਸ ਨਹੀਂ ਹੋਈ, ਕਿਉਂਕਿ ਤੇਰੀ ਭਾਬੀ ਹਮੇਸ਼ਾ ਮੈਨੂੰ ਮਾਵਾਂ ਵਾਂਗ ਸਮਝਦੀ ਹੈ। ਚੰਗੀ ਕੁੱਖ ਦੀ ਜਾਈ ਏ, ਨਹੀਂ ਤਾਂ ਸੱਸ ਨਣਦ ਦੀ ਇੱਜ਼ਤ ਕੌਣ ਕਰਦਾ ਹੈ ਭਲਾ? ਇੰਨੇ ਨੂੰ ਗੇਟ ਵਿੱਚ ਗੱਡੀ ਦਾ ਹਾਰਨ ਵੱਜਿਆ। ਸਾਰਿਆਂ ਦਾ ਧਿਆਨ ਇੱਕਦਮ ਗੇਟ ਵੱਲ ਗਿਆ। ਜਦੋਂ ਖੁਸ਼ੀ ਗੇਟ ਖੋਲ੍ਹਣ ਗਈ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਕਿਉਂਕਿ ਗੱਡੀ ਵਿੱਚ ਉਸਦੇ ਮਾਮਾ ਅਤੇ ਮਾਮੀ ਜੀ ਆਏ ਸਨ। ਆਪਣੇ ਭਰਾ ਭਰਜਾਈ ਨੂੰ ਅਚਾਨਕ ਆਇਆਂ ਵੇਖ ਕੇ ਰਾਣੋ ਖਾਮੋਸ਼ ਜਿਹੀ ਹੋ ਗਈ, ਕਿਉਂਕਿ ਉਸਨੇ ਤਾਂ ਆਪਣੇ ਘਰਦਿਆਂ ਨੂੰ ਝੂਠ ਬੋਲਿਆ ਸੀ ਕਿ ਉਸਦਾ ਵੀਰ ਤਾਂ ਡਿਊਟੀ 'ਤੇ ਚਲਾ ਗਿਆ ਹੈ। ਉਹਨਾਂ ਨੂੰ ਵੇਖ ਕੇ ਉਹ ਝੂਠਾ ਜਿਹਾ ਮੁਸਕਰਾਉਂਦੀ ਹੋਈ ਭੱਜ ਕੇ ਆਪਣੇ ਵੀਰ ਨੂੰ ਗਲ ਲੱਗ ਗਈ। ਉਸਦੇ ਵੀਰ ਭਰਜਾਈ ਨੂੰ ਦੇਖ ਕੇ ਰਾਣੋ ਦੀ ਨਣਦ ਅਤੇ ਸੱਸ ਦਾ ਚਿਹਰਾ ਵੀ ਖਿੜ ਗਿਆ। ਰਾਣੋ ਦੀ ਸੱਸ ਉਸਦੇ ਵੀਰ ਦੇ ਮੋਢੇ 'ਤੇ ਹੱਥ ਰੱਖਦੀ ਹੋਈ ਬੋਲੀ, ਸਦਕੇ ਪੁੱਤ, ਅੱਜ ਤਾਂ ਸਾਡੇ ਵਿਹੜੇ ਚੰਨ ਚੜ੍ਹ ਆਇਆ। ਰਾਣੋ ਰਸੋਈ ਵਿੱਚ ਚਾਹ ਪਾਣੀ ਲੈਣ ਜਾਣ ਲੱਗੀ ਤਾਂ ਉਸਦੀ ਨਣਦ ਨੇ ਕਿਹਾ, ਭਾਬੀ ਜੀ, ਮਸਾਂ ਤਾਂ ਵੀਰ ਆਇਆ ਹੈ, ਤੁਸੀਂ ਵੀਰ ਕੋਲ ਬੈਠੋ। ਮੈਂ ਤੇ ਮੰਮੀ ਆਪੇ ਚਾਹ ਪਾਣੀ ਦਾ ਪ੍ਰਬੰਧ ਕਰ ਲਵਾਂਗੀਆਂ। ਇਹ ਕਹਿ ਕੇ ਰਾਣੋ ਦੀ ਨਣਦ ਰਸੋਈ ਵਿੱਚ ਚਲੀ ਗਈ। ਰਾਣੋ ਨੇ ਆਪਣੀ ਭਾਬੀ ਨੂੰ ਪੁੱਛਿਆ ਕਿ ਭਾਬੀ ਜੀ, ਤੁਸੀਂ ਨਹੀਂ ਗਏ ਰੱਖੜੀ ਬੰਨ੍ਹਣ? ਤਾਂ ਅੱਗੋਂ ਉਸਦੀ ਭਰਜਾਈ ਬੋਲੀ, ਰਾਣੋ, ਮੈਂ ਤਾਂ ਜਾਣਾ ਸੀ, ਪਰ ਜਦੋਂ ਅਸੀਂ ਤਿਆਰ ਹੋ ਕੇ ਘਰੋਂ ਨਿਕਲਣ ਲੱਗੇ ਤਾਂ ਮੈਨੂੰ ਵੀਰੇ ਦਾ ਫੋਨ ਆ ਗਿਆ ਕਿ ਤੁਸੀਂ ਨਾ ਆਇਓ, ਉਹ ਆਪਣੇ ਸਹੁਰੇ ਜਾ ਰਿਹਾ ਹੈ। ਮੇਰੀ ਭਾਬੀ ਨਾਲ ਕੀ ਦੱਸਾਂ ਰਾਣੋ, ਅੱਜ ਕੱਲ੍ਹ ਭੈਣਾਂ ਦਾ ਕੌਣ ਕਰੇ। ਮੇਰਾ ਵੀਰਾ ਭਾਬੀ ਤੋਂ ਬਹੁਤ ਡਰਦਾ ਹੈ। ਇਸ ਵਾਰ ਤਾਂ ਮੈਂ ਤੇਰੇ ਵੀਰੇ ਨਾਲ ਹੀ ਜਾਣਾ ਸੀ, ਪਰ ਮੈਨੂੰ ਵੀਰੇ ਦਾ ਫੋਨ ਆ ਗਿਆ ਕਿ ਭੈਣੇ, ਤੂੰ ਤਾਂ ਹਰ ਵਾਰ ਹੀ ਰੱਖੜੀ ਦੇ ਦਿਨ ਆਉਂਦੀ ਏ, ਇਸ ਵਾਰ ਤੇਰੀ ਭਾਬੀ ਨੇ ਜਾਣਾ ਹੈ। ਤੂੰ ਇੱਦਾਂ ਕਰੀ, ਕੱਲ੍ਹ ਨੂੰ ਆ ਜਾਵੀਂ। ਮੇਰਾ ਵੀਰ ਤਾਂ ਮੇਰਾ ਰਤਾ ਵਸਾ ਨਹੀਂ ਕਰਦਾ ਸੀ। ਹਰ ਵਾਰ ਮੈਂ ਰੱਖੜੀ ਦੇ ਦਿਨ ਹੀ ਆਪਣੇ ਵੀਰ ਨੂੰ ਰੱਖੜੀ ਬੰਨ੍ਹਣ ਜਾਂਦੀ ਸੀ, ਪਰ ਇਸ ਵਾਰ ਭਾਬੀ ਦੇ ਪਿੱਛੇ ਲੱਗ ਕੇ ਵੀਰ ਨੇ ਮੈਨੂੰ ਅੱਜ ਮਨ੍ਹਾ ਕਰ ਦਿੱਤਾ। ਫਿਰ ਤੇਰਾ ਵੀਰ ਕਹਿਣ ਲੱਗਾ ਕਿ ਚੱਲ ਤਿਆਰ ਤਾਂ ਹੋਏ ਆ, ਆਪਾਂ ਰਾਣੋ ਕੋਲ ਜਾ ਆਉਂਦੇ ਹਾਂ। ਇੰਨੇ ਨੂੰ ਰਾਣੋ ਦੀ ਨਣਦ ਅਤੇ ਸੱਸ ਚਾਹ ਲੈ ਕੇ ਆ ਗਈਆਂ। ਉਹਨਾਂ ਨੇ ਹਜੇ ਚਾਹ ਪੀਣੀ ਸ਼ੁਰੂ ਹੀ ਕੀਤੀ ਸੀ ਕਿ ਘਰ ਦੇ ਗੇਟ ਵਿੱਚ ਇੱਕ ਹੋਰ ਗੱਡੀ ਆ ਕੇ ਰੁਕੀ। ਗੱਡੀ ਵਿੱਚੋਂ
ਰਾਣੋ ਦੀ ਭਾਬੀ ਦੇ ਭਰਾ ਤੇ ਭਰਜਾਈ ਆਉਂਦੇ ਦਿਸੇ। ਉਹਨਾਂ ਨੂੰ ਵੇਖ ਕੇ ਰਾਣੋ ਦੀ ਭਾਬੀ ਚੌਂਕ ਗਈ ਅਤੇ ਉਹ ਆਪਣੇ ਵੀਰ ਦੇ ਕੋਲ ਜਾ ਕੇ ਬੋਲੀ ਕਿ ਵੀਰੇ, ਤੁਸੀਂ ਤਾਂ ਭਾਬੀ ਨਾਲ ਇਹਨਾਂ ਦੇ ਪੇਕੇ ਨਹੀਂ ਸੀ ਗਏ? ਉਸਦਾ ਵੀਰ ਬੋਲਿਆ ਕਿ ਨਹੀਂ, ਅਸੀਂ ਤਾਂ ਰਾਣੋ ਭੈਣ ਦੇ ਘਰ ਹੀ ਆਉਣਾ ਸੀ। ਅਸੀਂ ਹੀ ਭਾਜੀ ਨੂੰ ਕਿਹਾ ਸੀ ਕਿ ਤੁਸੀਂ ਰਾਣੋ ਭੈਣ ਦੇ ਘਰ ਚੱਲੋ ਅਤੇ ਅਸੀਂ ਵੀ ਉੱਥੇ ਹੀ ਆਉਂਦੇ ਹਾਂ। ਚਾਹ ਪਾਣੀ ਪੀਣ ਤੋਂ ਬਾਅਦ ਸਾਰਾ ਪਰਿਵਾਰ ਮਿਲ ਕੇ ਬੈਠਾ। ਰਾਣੋ ਦਾ ਭਰਾ ਆਪਣੀ ਪਤਨੀ ਨੂੰ ਕਹਿਣ ਲੱਗਾ, ਇਹਨੂੰ ਪਤਾ ਅਸੀਂ ਇੱਥੇ ਕਿਉਂ ਆਏ ਹਾਂ? ਉਸਨੇ ਨਾਂਹ ਵਿੱਚ ਸਿਰ ਹਿਲਾਇਆ ਤਾਂ ਰਾਣੋ ਦਾ ਭਰਾ ਬੋਲਣ ਲੱਗਾ, ਜਦੋਂ ਕੱਲ ਮੈਂ ਭੈਣ ਨੂੰ ਫੋਨ ਕੀਤਾ ਸੀ ਰੱਖੜੀ ਤੇ ਆਉਣ ਲਈ ਤਾਂ ਤੂੰ ਪਿੱਛੇ ਖੜੀ ਬੁੜਬੁੜ ਕਰ ਰਹੀ ਸੀ। ਰਾਣੋ ਨੇ ਸ਼ਾਮ ਨੂੰ ਫੋਨ ਲਾਇਆ ਕਿ ਮੈਂ ਰੱਖੜੀ ਤੇ ਨਹੀਂ ਆ ਸਕਦੀ ਕਿਉਂਕਿ ਮੇਰੀ ਨਣਦ ਨੇ ਆਉਣਾ ਹੈ, ਤਾਂ ਮੈਨੂੰ ਪਿੱਛੇ ਖੜੀ ਖੁਸ਼ੀ ਦੀ ਆਵਾਜ਼ ਸੁਣ ਰਹੀ ਸੀ। ਉਹ ਕਹਿ ਰਹੀ ਸੀ ਕਿ ਮੰਮੀ, ਭੂਆ ਜੀ ਨੇ ਤਾਂ ਕਿਹਾ ਸੀ ਕਿ ਅਸੀਂ ਸ਼ਾਮ ਨੂੰ ਆਵਾਂਗੇ, ਸੁਬਾਹ ਤੁਸੀਂ ਖੁਸ਼ੀ ਦੇ ਮਾਮੇ ਜੀ ਦੇ ਰੱਖੜੀ ਬੰਨ੍ਹਣ ਚਲੇ ਜਾਇਓ। ਪਰ ਰਾਣੋ ਭੈਣ ਨੇ ਖੁਸ਼ੀ ਨੂੰ ਚੁੱਪ ਕਰਾ ਦਿੱਤਾ। ਮੈਂ ਉਦੋਂ ਹੀ ਸਮਝ ਗਿਆ ਸੀ ਕਿ ਰਾਣੋ ਤੇਰੇ ਕਲੇਸ਼ ਤੋਂ ਡਰਦੀ ਰੱਖੜੀ ਬੰਨ੍ਹਣ ਨਹੀਂ ਆ ਸਕੀ। ਉਦੋਂ ਹੀ ਮੈਂ ਤੇਰੇ ਭਰਾ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਜਦੋਂ ਤੇਰੇ ਭਰਾ ਨੇ ਤੈਨੂੰ ਫੋਨ ਕਰਕੇ ਕਿਹਾ ਕਿ ਅਸੀਂ ਤੇਰੀ ਭਾਬੀ ਦੇ ਭਰਾ ਦੇ ਰੱਖੜੀ ਬੰਨ੍ਹਣ ਚੱਲੇ ਹਾਂ ਤਾਂ ਤੈਨੂੰ ਬਹੁਤ ਗੁੱਸਾ ਆਇਆ ਸੀ। ਤੂੰ 1 ਮਿੰਟ ਵਿੱਚ ਕਹਿ ਦਿੱਤਾ ਸੀ ਕਿ ਤੇਰਾ ਭਰਾ ਤੇਰੀ ਭਾਬੀ ਦੇ ਪਿੱਛੇ ਲੱਗ ਗਿਆ ਹੈ। ਉਸ ਨੂੰ ਆਪਣੀ ਖੁਸ਼ੀ ਨਾਲੋਂ ਸਹੁਰੇ ਜ਼ਿਆਦਾ ਨੇੜੇ ਹੋ ਗਏ। ਪਰ ਤੂੰ ਸੋਚਿਆ ਕਿ ਜਦੋਂ ਮੈਂ ਆਪਣੀ ਭੈਣ ਨੂੰ ਰੱਖੜੀ ਬੰਨ੍ਹਣ ਲਈ ਕਹਿ ਰਿਹਾ ਸੀ ਤਾਂ ਤੂੰ ਕਿੰਨਾ ਬੁੜਬੁੜ ਕੀਤਾ ਸੀ। ਜੇ ਤੂੰ ਨਨਦ ਹੋ ਕੇ ਆਪਣੀ ਭਾਬੀ ਤੋਂ ਇੱਜ਼ਤ ਤੇ ਸਤਿਕਾਰ ਦੀ ਉਮੀਦ ਰੱਖਦੀ ਹੈ ਤੇ ਭਾਬੀ ਹੋ ਕੇ ਵੀ ਆਪਣੀ ਨਨਦ ਤੋਂ ਆਦਰ ਸਤਿਕਾਰ ਕਰਿਆ ਕਰ, ਤਾਂ ਫਿਰ ਤੂੰ ਸੋਚ ਕੇ ਤੂੰ ਦੋਨੋਂ ਰਿਸ਼ਤੇ ਕਿੰਨੀ ਇਮਾਨਦਾਰੀ ਨਾਲ ਨਿਭਾਉਂਦੀ ਏ। ਆਪਣੀ ਨਨਦ ਲਈ ਤਾਂ ਤੂੰ 1 ਮਿੰਟ ਵਿੱਚ ਬੁੜਬੁੜ ਕਰਨ ਲੱਗ ਗਈ ਸੀ। ਜਦੋਂ ਤੇਰੀ ਭਾਬੀ ਨੇ ਜਾਣ ਦੀ ਗੱਲ ਕੀਤੀ ਤਾਂ ਤੇਰੇ ਲਈ ਭਾਬੀ ਵੀ ਮਾੜੀ ਹੋ ਗਈ। ਕੀ ਤੂੰ 1 ਪਲ ਲਈ ਵੀ ਨਹੀਂ ਸੋਚਿਆ ਕਿ ਤੂੰ ਦੋਨੋਂ ਪੱਖਾਂ ਤੋਂ ਆਪਣੇ ਆਪ ਨੂੰ ਕਿੰਨਾ ਚੰਗਾ ਕਹਿ ਰਹੀ ਏਂ? ਰਾਣੋ ਦੇ ਭਰਾ ਦੀਆਂ ਗੱਲਾਂ ਸੁਣ ਕੇ ਉਸਦੀ ਭਾਬੀ ਨੀਵੀਂ ਪਾ ਕੇ ਬੈਠ ਗਈ। ਫਿਰ ਉਸਦਾ ਭਰਾ ਬੋਲਿਆ ਕਿ ਭੈਣੇ, ਦੱਸ, ਕਦੇ ਤੇਰੀ ਭਾਬੀ ਨੇ ਤੇਰੇ ਆਦਰ ਸਤਿਕਾਰ ਵਿੱਚ ਕਦੇ ਕੋਈ ਕਮੀ ਛੱਡੀ ਹੈ? ਕੱਲ ਜਦੋਂ ਮੈਨੂੰ ਭਾਜੀ ਨੇ ਫੋਨ ਕਰਕੇ ਦੱਸਿਆ ਕਿ ਰਾਣੋ ਦੇ ਰੱਖੜੀ ਬੰਨ੍ਹਣ ਜਾਣ ਤੇ ਤੂੰ ਕਿੰਨਾ ਬੁੜਬੁੜ ਕਰਦੀ ਸੀ, ਤਾਂ ਮੈਂ ਭਾਜੀ ਨੂੰ ਕਹਿ ਦਿੱਤਾ ਸੀ ਕਿ ਆਪਾਂ ਕੱਲ ਨੂੰ ਰਾਣੋ ਦੇ ਘਰ ਹੀ ਮਿਲਾਂਗੇ। ਮੈਂ ਆਪਣੇ ਸਹੁਰੇ ਘਰ ਨਹੀਂ ਗਿਆ ਸੀ। ਉਹ ਤਾਂ ਮੈਂ ਜਾਣਬੁੱਝ ਕੇ ਫੋਨ ਕੀਤਾ ਸੀ, ਆਉਣਾ ਤਾਂ ਅਸੀਂ ਰਾਣੋ ਭੈਣ ਦੇ ਘਰ ਹੀ ਸੀ। ਸਾਰੀਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਰਾਣੋ ਦੀ ਸੱਸ ਉਸਦੀ ਭਰਜਾਈ ਨੂੰ ਕਹਿਣ ਲੱਗੀ, ਦੇਖ ਧੀਏ, ਜਿਵੇਂ ਮੇਰੇ ਲਈ ਮੇਰੀ ਧੀ ਅਤੇ ਰਾਣੋ ਨੇ, ਉਵੇਂ ਹੀ ਮੇਰੇ ਲਈ ਤੂੰ ਏ। ਰਾਣੋ ਮੇਰੇ ਲਈ ਧੀਆਂ ਤੋਂ ਵੀ ਵੱਧ ਕੇ ਹੈ। ਰਾਣੋ ਨੇ ਮੇਰੀ ਧੀ ਦੇ ਆਉਣ ਤੇ ਕਦੇ ਵੀ ਮੱਥੇ ਵੱਟ ਨਹੀਂ ਪਾਇਆ, ਸਗੋਂ ਇਹ ਤਾਂ ਫੋਨ ਕਰਕੇ ਮੇਰੀ ਧੀ ਨੂੰ ਬੁਲਾਉਂਦੀ ਰਹਿੰਦੀ ਹੈ। ਇਸ ਨੇ ਮੈਨੂੰ ਕਦੇ ਵੀ ਸੱਸ ਨਹੀਂ ਸਮਝਿਆ, ਹਮੇਸ਼ਾ ਮਾਂ ਤੋਂ ਵੱਧ ਸਮਝਦੀ ਹੈ। ਪਰ ਆਪਣੇ ਮਾਂ-ਬਾਪ ਦੇ ਗੁਜ਼ਰ ਜਾਣ ਤੋਂ ਬਾਅਦ ਇਹ ਪੇਕਿਆਂ ਵੱਲ ਮੂੰਹ ਨਹੀਂ ਕਰਦੀ। ਹਰ ਵਾਰ ਇਸ ਨੂੰ ਕਹਿੰਦੇ ਹਾਂ ਕਿ ਪੇਕੇ ਵੀਰ ਭਰਜਾਈਆਂ ਨੂੰ ਮਿਲਿਆ ਕਰ, ਪਰ ਇਹ ਬਹਾਨੇ ਮਾਰ ਕੇ ਟਾਲ ਦਿੰਦੀ ਹੈ ਅਤੇ ਮੈਨੂੰ ਹੁਣ ਸਮਝ ਆਈ ਕਿ ਇਹ ਪੇਕਿਆਂ ਵੱਲ ਮੂੰਹ ਕਿਉਂ ਨਹੀਂ ਕਰਦੀ। ਪਰ ਧੀਏ, ਪੇਕੇ ਮਾਂ-ਬਾਪ ਨਾਲ ਹੀ ਨਹੀਂ, ਭਰਾ ਭਰਜਾਈਆਂ ਨਾਲ ਵੀ ਹੁੰਦੇ ਹਨ। ਧੀਆਂ ਦਾ ਸਦਾ ਪੇਕਿਆਂ ਦੀ ਸੁੱਖ ਮੰਗਦੀਆਂ ਹਨ। ਕਦੇ ਵੀ ਘਰ ਦੀਆਂ ਧੀਆਂ ਦੇ ਆਉਣ ਤੇ ਮੱਥੇ ਵੱਟ ਨਹੀਂ ਪਾਉਣਾ ਚਾਹੀਦਾ। ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਰਾਣੋ ਦੀ ਭਰਜਾਈ ਫੁੱਟ-ਫੁੱਟ ਕੇ ਰੋਣ ਲੱਗੀ। ਹੱਥ ਜੋੜ ਕੇ ਰਾਣੋ ਅਤੇ ਆਪਣੇ ਘਰ ਵਾਲੇ ਤੋਂ ਮਾਫ਼ੀ ਮੰਗੀ। ਉਸ ਨੇ ਆਪਣੇ ਭਰਾ ਤੋਂ ਵੀ ਮਾਫ਼ੀ ਮੰਗਦੇ ਹੋਏ ਕਿਹਾ ਕਿ ਵੀਰੇ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ। ਅੱਗੇ ਤੋਂ ਮੈਂ ਕਦੇ ਵੀ ਰਾਣੋ ਭੈਣ ਨਾਲ ਵਿਤਕਰਾ ਨਹੀਂ ਕਰਾਂਗੀ। ਮਾਹੌਲ ਗਮਗੀਨ ਹੁੰਦਿਆਂ ਵੇਖ ਕੇ ਰਾਣੋ ਦੀ ਨਨਦ ਮਠਿਆਈ ਦਾ ਡੱਬਾ ਅਤੇ ਰੱਖੜੀਆਂ ਲੈ ਕੇ ਆਈ ਅਤੇ ਕਹਿਣ ਲੱਗੀ, ਚਲੋ ਹੁਣ ਇਹ ਸ਼ਿਕਵੇ ਸ਼ਿਕਾਇਤਾਂ ਦੂਰ ਕਰੋ ਅਤੇ ਆਪਣੇ ਆਪਣੇ ਭਰਾ ਦੇ ਰੱਖੜੀ ਬੰਨ੍ਹੋ। ਰਾਣੋ ਦੀ ਨਨਦ ਦੀ ਗੱਲ ਸੁਣ ਕੇ ਸਾਰੇ ਹੱਸ ਪਏ। ਫਿਰ ਰਾਣੋ ਦੀ ਭਾਬੀ ਨੇ ਆਪਣੇ ਵੀਰ ਦੇ ਗੁੱਟ ਤੇ ਰੱਖੜੀ ਸਜਾਈ ਅਤੇ ਉਸਦੀ ਭਾਬੀ ਨੇ ਵੀ ਆਪਣੇ ਵੀਰ ਦੇ ਰੱਖੜੀ ਬੰਨ੍ਹੀ।
ਗਮਗੀਨ ਮਾਹੌਲ ਪਲਾਂ ਵਿੱਚ ਹੀ ਹਾਸੇ ਠਾਠੇ ਵਿੱਚ ਬਦਲ ਗਿਆ। ਸੋ ਦੋਸਤੋ, ਸਾਰੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਨੂੰ ਸਾਰੇ ਰਿਸ਼ਤਿਆਂ ਨੂੰ ਬਣਦਾ ਆਦਰ ਸਤਿਕਾਰ ਦੇਣਾ ਚਾਹੀਦਾ ਹੈ। ਜੇ ਇੱਕ ਔਰਤ ਕਿਸੇ ਦੀ ਭਰਜਾਈ ਹੈ ਤਾਂ ਉਹ ਕਿਸੇ ਦੀ ਨਨਦ ਵੀ ਹੋਵੇਗੀ। ਸੋ ਸਾਨੂੰ ਸਾਰੇ ਰਿਸ਼ਤਿਆਂ ਨੂੰ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਆਪਣੇ ਰਿਸ਼ਤੇ ਦਾ ਦਬਦਬਾ ਨਹੀਂ ਬਣਾਉਣਾ ਚਾਹੀਦਾ। ਘਰ ਦੀਆਂ ਧੀਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਇਹ ਤਿਉਹਾਰ ਆਪਸੀ ਭਾਈਚਾਰੇ ਅਤੇ ਪਿਆਰ ਦਾ ਸੁਨੇਹਾ ਦਿੰਦੇ ਹਨ। ਸਾਨੂੰ ਸਾਰੇ ਰਿਸ਼ਤਿਆਂ ਦਾ ਨਿੱਘ ਬਰਕਰਾਰ ਰੱਖਣਾ ਚਾਹੀਦਾ ਹੈ। ਪਰਮਾਤਮਾ ਸਾਰੀਆਂ ਭੈਣਾਂ ਅਤੇ ਭਰਾਵਾਂ ਦੀ ਲੰਮੀ ਉਮਰ ਕਰੇ ਅਤੇ ਖੁਸ਼ੀਆਂ ਦੇਵੇ।